हाँ बेटे ਹੁਣ ਆਪਾਂ ਥੋੜਾ ਚੈਪਟਰ ਸ਼ੁਰੂ ਕਰਨ ਲੱਗੇ ਹਾਂ ਚੈਪਟਰ ਨੰਬਰ 5 ਪ੍ਰੋਡਕਸ਼ਨ ਮੈਨੇਜਮੈਂਟ ਦਾ ਇਨਸਪੈਕਸ਼ਨ ਐਂਡ ਕੁਆਲਿਟੀ ਕੰਟਰੋਲ। ਇਹ ਬੇਟੇ ਥੋੜਾ ਸਿਲੇਬਸ ਜਿਹੜਾ ਨਵਾਂ ਚੇਂਜ ਹੋਇਆ ਹੈ ਉਹਦੇ ਵਿੱਚ ਇਹ ਨਵਾਂ ਚੈਪਟਰ ਐਡ ਕੀਤਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਣਾ ਕਿ ਆਪਾਂ ਇਨਸਪੈਕਸ਼ਨ ਦੀ ਆਪਾਂ ਨੂੰ ਨੀਡ ਕੀ ਹੈ, ਕਿਉਂ ਕਰਦੇ ਹਾਂ ਤੇ ਇਹਦੀ ਇੰਪੋਰਟੈਂਸ ਕੀ ਹੈ। ਬੇਟੇ ਇਨਸਪੈਕਸ਼ਨ ਤੇ ਕੁਆਲਿਟੀ ਦੋਨਾਂ ਦੀ ਸਾਡੀ ਇੰਡਸਟਰੀਅਲ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਇੰਪੋਰਟੈਂਸ ਹੈ। ਇਨਸਪੈਕਸ਼ਨ ਨੂੰ ਆਪਾਂ ਬੇਸਿਕਲੀ ਕੀ ਕਹਿੰਦੇ ਆ ਕਿ ਇਹ ਇੱਕ ਤਰ੍ਹਾਂ ਦਾ ਨॉन ਡਿਸਟਰਕਟਿਵ ਟੈਸਟ ਹੈ। ਆਪਾਂ ਦੋ ਤਰ੍ਹਾਂ ਦੇ ਟੈਸਟ ਕਰਦੇ ਹਾਂ ਸਪੈਸੀਮਨਸ ਦੇ ਉੱਤੇ। ਇੱਕ ਡਿਸਟਰਕਟਿਵ ਮੀਨਸ ਆਪਾਂ ਸਪੈਸੀਮਨ ਨੂੰ ਤੋੜ ਕੇ ਉਹਦੀਆਂ ਪ੍ਰੋਪਰਟੀ ਸਟੱਡੀ ਕਰਨੀ, ਜਿਵੇਂ ਕੋਈ ਟੈਂਸਾਈਲ ਟੈਸਟ ਹੈ, ਕੰਪਰੈਸਿਵ ਟੈਸਟ ਹੈ, ਟੋਰਸ਼ਨ ਟੈਸਟ ਹੈ। ਇਸ ਤਰ੍ਹਾਂ ਆਪਣੇ ਕੋਲੇ ਆ ਗਿਆ ਨॉन ਡਿਸਟਰਕਟਿਵ। ਆਪਾਂ ਚੀਜ਼ ਨੂੰ ਫਿਜ਼ੀਕਲੀ ਚੈੱਕ ਕੀਤਾ, ਇਨਸਪੈਕਸ਼ਨ ਕੀਤੀ, ਜਾਂ ਉਹਦੀ ਐਕਸ-ਰੇਜ਼ ਕੀਤੀਆਂ ਜਾਂ ਅਲਟਰਾਸਾਊਨਿਕ ਉਹਦੀ ਕੀਤੀ। ਜਿਸ ਤਰ੍ਹਾਂ ਆਪਾਂ ਡਾਕਟਰਸ ਕੋਲੇ ਜਾਂਦੇ ਆ, ਆਪਣਾ ਅਲਟਰਾਸਾਊਂਡ ਕਰਦਾ, ਐਕਸ-ਰੇਜ਼ ਕਰਦਾ, ਉਹ ਆਪਣੇ ਪਾਰਟ ਨੂੰ ਅੰਦਰੋਂ ਦੇਖਦਾ ਕਿ ਪਾਰਟ ਦੇ ਵਿੱਚ ਜੇ ਕੋਈ ਫ੍ਰੈਕਚਰ ਹੈ ਤਾਂ ਉਹ ਐਕਸ-ਰੇਜ਼ ਨਾਲ ਦੇਖਦਾ ਹੈ, ਐਕਸ-ਰੇਜ਼ ਤੋਂ ਚੈੱਕ ਕਰਦਾ, ਇਸ ਤਰ੍ਹਾਂ ਅਲਟਰਾਸਾਊਂਡ ਤੋਂ ਚੈੱਕ ਕਰਦਾ। ਇਸ ਤਰ੍ਹਾਂ ਜਿਹੜੇ ਇੰਜੀਨੀਅਰਸ ਹੁੰਦੇ ਨੇ ਉਹ ਇਨਸਪੈਕਸ਼ਨ ਕਰਨ ਦੇ ਲਈ ਅਲਟਰਾਸਾਊਨਿਕ ਰੇਜ਼ ਜਾਂ ਐਕਸ-ਰੇਜ਼ ਦੇ ਨਾਲ ਚੈੱਕ ਕਰਦੇ ਨੇ। ਜਿਸ ਤਰ੍ਹਾਂ ਆਪਣੇ ਕੋਲ ਅਟਾਰੀ ਬਾਰਡਰ ਦੇ ਉੱਤੇ ਵੱਡੇ ਵੱਡੇ ਟਰੱਕ ਆਉਂਦੇ ਨੇ, ਉਹਨਾਂ ਨੂੰ ਮੈਨੂਅਲੀ ਸਾਰਾ ਮਟੀਰੀਅਲ ਬਾਹਰ ਕਰਕੇ ਚੈੱਕ ਕਰਨਾ ਬੜਾ ਮੁਸ਼ਕਲ ਹੋ ਜਾਂਦਾ ਹੈ। ਆਪਣਾ ਪਰਪਸ ਕੀ ਹੁੰਦਾ, ਉਹਦੇ ਵਿੱਚ ਕੋਈ ਗਲਤ ਆਈਟਮ ਨਾ ਹੋਵੇ। ਉਹਨਾਂ ਨੂੰ ਆਪਾਂ ਐਕਸ-ਰੇ ਵੱਡੀਆਂ ਮਸ਼ੀਨਾਂ ਦੇ ਵਿੱਚੋਂ ਪਾਸ ਕਰ ਦਿੰਦੇ ਆ ਤੇ ਆਪਣੇ ਕੋਲੇ ਇਨਸਪੈਕਸ਼ਨ ਰਿਪੋਰਟ ਤੋਂ ਆਪਾਂ ਐਸਟੀਮੇਟ ਲਾ ਲੈਂਦੇ ਆ। ਇਹਦੇ ਵਿੱਚ ਕਿਤੇ ਨਾ ਕਿਤੇ ਆਪਾਂ ਨੂੰ ਨਜ਼ਰ ਆ ਜਾਏਗਾ, ਜਿਹੜੇ ਇੰਜੀਨੀਅਰਸ ਇਹਨੂੰ ਲਗਾਤਾਰ ਰੀਡ ਕਰਦੇ ਨੇ, ਕਿ ਇਹਦੇ ਵਿੱਚ ਆਹ ਮਟੀਰੀਅਲ ਆ ਜਿਹੜਾ ਇਸ ਟਰੱਕ ਦੇ ਵਿੱਚ ਇਹ ਫਾਲਟੀ ਮਟੀਰੀਅਲ ਆ। ਹੁਣ ਆਪਾਂ ਗੱਲ ਕਰਦੇ ਆ ਇੰਡਸਟਰੀ ਦੇ ਵਿੱਚ। ਇੰਡਸਟਰੀ ਦੇ ਵਿੱਚ ਜਦੋਂ ਆਪਾਂ ਇਨਸਪੈਕਸ਼ਨ ਕਰਨੀ ਹੈ, ਉਹਦਾ ਸਾਨੂੰ ਪਰਪਸ ਕੀ ਹੈ, ਨੀਡ ਕੀ ਹੈ, ਉਹਦੇ ਨਾਲ ਕੀ ਹੈ, ਜਿਹੜਾ ਮੈਨੂਫੈਕਚਰਰ ਹੈ ਉਹਦਾ ਕੌਨਫੀਡੈਂਸ ਲੈਵਲ ਬਿਲਟ ਹੁੰਦਾ ਹੈ। ਇਨਸਪੈਕਸ਼ਨ ਦੇ ਪੈਰਾਮੀਟਰਸ ਨੇ, ਕਿ ਸਟੇਟ ਲੈਵਲ ਦੇ ਪੈਰਾਮੀਟਰਸ ਅਡਾਪਟ ਕਰਨੇ ਨੇ, ਕਿ ਆਪਾਂ ਨੇ ਨੈਸ਼ਨਲ ਲੈਵਲ ਦੇ ਪੈਰਾਮੀਟਰ ਅਡਾਪਟ ਕਰਨੇ ਨੇ, ਕਿ ਆਪਾਂ ਨੇ ISO ਨੂੰ ਫਾਲੋ ਕਰਨਾ ਹੈ, ਕਿ ਆਪਾਂ ਨੇ ਬਿਊਰੋ ਆਫ ਇੰਡਸਟਰੀਜ਼ ਨੂੰ ਫਾਲੋ ਕਰਨਾ ਹੈ, ਆਪਾਂ ਨੇ ਯੂਰਪੀਅਨ ਨਾਰਮਸ ਫਾਲੋ ਕਰਨੇ ਨੇ। ਆਪਾਂ ਕਿਹੜੇ ਪੈਰਾਮੀਟਰਸ ਮੁਤਾਬਕ ਇਨਸਪੈਕਸ਼ਨ ਕਰ ਰਹੇ ਹਾਂ, ਉਹਦੇ ਅਕੋਰਡਿੰਗਲੀ ਹੀ ਆਪਾਂ ਨੂੰ ਉਹਦੇ ਬਾਹਰ ਲਿਖਣਾ ਪਏਗਾ ਸਪੈਸੀਮਨਸ ਦੇ, ਕਿ ਅਸੀਂ ਆਪਦੇ ਪ੍ਰੋਡਕਟ ਨੂੰ ਇਹਨਾਂ ਪੈਰਾਮੀਟਰਸ ਦੇ ਮੁਤਾਬਕ ਇਨਸਪੈਕਸ਼ਨ ਕੀਤੀ ਹੈ ਤੇ ਇਹਨਾਂ ਦੀ ਕੁਆਲਿਟੀ ਚੈੱਕ ਕੀਤੀ ਹੈ। ਇਨਸਪੈਕਸ਼ਨ ਨੀਡ ਐਂਡ ਇੰਪੋਰਟੈਂਸ। Inspections are usually non-destructive testing, that is visual inspection, X-rays, ultrasonic inspection. It is necessary to assure confidence to the manufacturer and aim satisfaction to the customer. Inspection helps to control quality, reduces manufacturing costs, eliminates scrap, losses and assignable causes of defective work. ਕੋ ਬੇਟਾ ਇਨਸਪੈਕਸ਼ਨ ਦਾ ਪਰਪਸ ਕੀ ਹੈ? ਜਦੋਂ ਸਾਡੇ ਕੋਲ ਇਨਕਮਿੰਗ ਮਟੀਰੀਅਲ ਆਇਆ, ਜੇ ਸਾਡੇ ਕੋਲ 100 ਪੀਸ ਆਏ ਤਾਂ ਆਪਾਂ ਨੇ ਚੈੱਕ ਕੀਤਾ ਕਿ ਜਦੋਂ ਇੰਡਸਟਰੀ ਦੇ ਵਿੱਚ ਮਟੀਰੀਅਲ ਆਇਆ ਉਹਦੇ 'ਚੋਂ 5 ਪੀਸ ਫਾਲਟੀ ਸੀਗੇ। ਆਪਾਂ 5 ਪੀਸ ਨੂੰ ਲਾ ਕਰਕੇ ਉਹਨੂੰ ਜਿੱਥੋਂ ਮਟੀਰੀਅਲ ਆਇਆ ਵੈਂਡਰ ਨੂੰ ਵਾਪਸ ਭੇਜਤਾ। ਉਹਦੇ ਨਾਲ ਕੀ ਹੈ ਕਿ ਸਾਡੀ ਲੇਬਰ ਦਾ ਖਰਚਾ ਹੀ ਬਚ ਗਿਆ, ਸਾਡੀ ਮਸ਼ੀਨ ਦੀ ਕਾਸਟ ਵੀ ਬਚ ਗਈ ਤੇ ਸਾਡਾ ਕੁਆਲਿਟੀ ਦਾ ਜਿਹੜਾ ਪੈਰਾਮੀਟਰ ਦੇ ਮੁਤਾਬਕ ਉਹ ਠੀਕ ਨਹੀਂ ਸੀ ਤੇ ਆਪਾਂ ਸਪੈਸੀਫਿਕ ਵਾਪਸ ਭੇਜ, ਸਾਡੀ ਕੰਪਨੀ ਨੂੰ ਮੋਨੀਟਰੀ ਉਹਦਾ ਫਾਇਦਾ ਹੋ ਗਿਆ। ਹੁਣ ਜੇ ਕਿਸੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ, ਉੱਥੇ ਫੂਡ ਆਈਟਮਸ ਨੇ ਜਾਂ ਕੋਈ ਡਰੱਗ ਇੰਡਸਟਰੀ ਹੈ, ਕਿਉਂਕਿ ਸਾਡੀਆਂ ਉੱਥੇ ਲਾਈਫ ਸੇਵਿੰਗ ਡਰੱਗਸ ਬਣ ਰਹੀਆਂ ਨੇ, ਉੱਥੇ ਸਾਨੂੰ 100% ਇਨਸਪੈਕਸ਼ਨ ਕਰਨੀ ਪਏਗੀ, 100% ਕੌਨਫੀਡੈਂਸ ਲੈਵਲ ਹੋਏਗਾ। ਜਿਸ ਤਰ੍ਹਾਂ ਆਪਣੇ ਕੋਲ ਦੇਖੋ ਹੁਣ ਕਰੋਨਾ ਹੈ, ਇਹਦੇ ਵਿੱਚ ਵੈਕਸੀਨ ਹੈ, ਹਰ ਇੱਕ ਬੰਦੇ ਦਾ ਕੌਨਫੀਡੈਂਸ ਡਿਵੈਲਪ ਕਰਨ ਦੇ ਲਈ ਉਹਨਾਂ ਨੇ ਪੈਰਾਮੀਟਰ ਦਿੱਤੇ ਨੇ, ਉਹਦੇ ਅਕੋਰਡਿੰਗਲੀ 100% ਉਹਦੀ ਇਨਸਪੈਕਸ਼ਨ ਹੋ ਰਹੀ ਹੈ ਜਿਹੜੀਆਂ ਮੈਡੀਸਨਸ ਨੇ, ਕਿਉਂਕਿ ਇਹ ਲਾਈਫ ਸੇਵਿੰਗ ਡਰੱਗਸ ਨੇ। ਇੰਡਸਟਰੀ ਦੇ ਵਿੱਚ ਆਪਾਂ ਕਰਦੇ ਹਾਂ ਸਟੇਜਸ ਆਫ ਇਨਸਪੈਕਸ਼ਨ। ਜਦੋਂ ਮਟੀਰੀਅਲ ਆਉਂਦਾ, ਇਨਸਪੈਕਸ਼ਨ ਆਫ ਇਨਕਮਿੰਗ ਮਟੀਰੀਅਲ, ਇਹ ਵੀ ਬੜਾ ਇੰਪੋਰਟੈਂਟ ਹੈ। ਜਦੋਂ ਮਟੀਰੀਅਲ ਇੰਡਸਟਰੀ ਦੇ ਵਿੱਚ ਅੰਦਰ ਐਂਟਰ ਹੁੰਦਾ, ਉਸੇ ਵੇਲੇ ਉਹਦੀ ਇਨਸਪੈਕਸ਼ਨ ਤੇ ਕੁਆਲਿਟੀ ਨੂੰ ਪ੍ਰੋਪਰ ਚੈੱਕ ਕੀਤਾ ਜਾਵੇ। ਜਿਹੜਾ ਫਾਲਟੀ ਮਟੀਰੀਅਲ ਹੈ ਉਹਨੂੰ ਵਾਪਸ ਕਰ ਦਿੱਤਾ ਜਾਵੇ। ਵਰਕ ਇਨ ਪ੍ਰੋਗਰੈਸ ਇਨਸਪੈਕਸ਼ਨ, ਜਿੱਥੇ ਕੰਮ ਚੱਲ ਰਿਹਾ ਹੈ ਉੱਥੇ ਜਿਹੜਾ ਆਪਰੇਟਰ ਹੈ ਨਾਲ ਦੀ ਨਾਲ ਉਹਦੀ ਇਨਸਪੈਕਸ਼ਨ ਕਰੇ ਤਾਂ ਸਾਡੇ ਕੋਲੇ ਰੀਵਰਕ ਦਾ ਖਰਚਾ ਵੀ ਘਟ ਸਕਦਾ। ਅਦਰਵਾਈਜ਼ ਕੀ ਹੁੰਦਾ ਹੈ ਕਿ ਇੱਕ ਸ਼ਾਪ ਦੇ ਵਿੱਚ ਇੱਕ ਇੰਸਪੈਕਟਰ ਹੁੰਦਾ, ਉਹ ਬਾਰ-ਬਾਰ ਵਰਕ ਸਟੇਸ਼ਨਸ ਤੇ ਜਾਂਦਾ ਹੈ ਜਿੱਥੇ ਮੈਨੂਫੈਕਚਰਿੰਗ ਹੋ ਰਹੀ ਹੈ, ਨਾਲ ਦੀ ਨਾਲ ਉਹ ਪੈਰਾਮੀਟਰ ਮੁਤਾਬਕ ਜਿਹੜੇ ਪੈਰਾਮੀਟਰ ਫਿਕਸ ਕੀਤੇ ਨੇ, ਉਹ ਆਪਣੇ ਇੰਸਟਰੂਮੈਂਟਸ ਨੇ, ਆਪਣੇ ਕੋਲ ਵਰਨੀਅਰ ਹੈ, ਮਾਈਕਰੋਮੀਟਰ ਹੈ, ਗੋ ਨੋ ਗੇਜਸ ਨੇ, ਜਿਹੜੇ ਵੀ ਇੰਸਟਰੂਮੈਂਟ ਚਾਹੀਦੇ ਨੇ ਉੱਥੇ ਜਾ ਕੇ ਹੀ ਸਪੈਸੀਮਨਸ ਨੂੰ ਨਾਲ ਦੀ ਨਾਲ ਚੈੱਕ ਕਰੀ ਜਾਂਦਾ, ਤਾਂ ਕਿ ਜੇ ਸਪੈਸੀਮਨ ਜਿਸ ਸਟੇਜ ਤੇ ਆਪਾਂ ਨੂੰ ਲੱਗਦਾ ਹੈ ਕਿ ਇਹ ਸਪੈਸੀਮਨ ਰਿਜੈਕਟ ਹੋ ਗਿਆ, ਸਪੈਸੀਮਨ ਦੇ ਵਿੱਚ ਕੋਈ ਫਲਾਜ਼ ਨੇ, ਸਪੈਸੀਮਨ ਦੇ ਵਿੱਚ ਕੋਈ ਪੋਰਸ਼ਨ
ਡਿਫੈਕਟਿਵ ਹੈ ਉਸੇ ਵੇਲੇ ਹੀ ਵਰਕ ਇਨ ਪ੍ਰੋਗਰੈਸ ਦੇ ਵਿੱਚ ਹੀ ਕੰਮ ਨੂੰ ਬੰਦ ਕਰਕੇ ਉਹ ਸਪੈਸੀਮਨ ਨੂੰ ਵਿੱਚੋਂ ਮਟੀਰੀਅਲ ਨੂੰ ਵਿੱਚੋਂ ਬਾਹਰ ਕੱਢ ਦਿਓ ਤਾਂ ਕਿ ਸਾਡਾ ਅੱਗੇ ਵਾਲਾ ਕਾਸਟ ਦਾ ਖਰਚਾ ਉਹ ਬਚ ਸਕੇ। ਫਾਈਨਲ ਇੰਸਪੈਕਸ਼ਨ ਡਿਪੈਂਡ ਕਰਦਾ ਹੈ ਤੁਹਾਡੇ ਦੇ ਉੱਤੇ ਕਿਹੜੀ ਇੰਡਸਟਰੀ ਦੇ ਵਿੱਚ ਤੁਸੀਂ ਕੰਮ ਕਰ ਰਹੇ ਹੋ, ਉਹਦੇ ਅਕੋਰਡਿੰਗਲੀ ਹੀ ਇੰਸਪੈਕਸ਼ਨ ਉਹਦੀ ਹੋਣੀ ਹੈ। ਫਾਈਨਲ ਪ੍ਰੋਡਕਟ ਨੂੰ ਆਪਾਂ ਕਰਕੇ ਇੰਸਪੈਕਸ਼ਨ ਕਰਕੇ ਫਿਰ ਉਹਨੂੰ ਆਪਾਂ ਸਟੋਰਸ ਦੇ ਵਿੱਚ ਭੇਜ ਦਿੰਦੇ, ਉੱਥੋਂ ਮਟੀਰੀਅਲ ਬਾਅਦ ਵਿੱਚ ਡਿਸਪੈਚ ਹੋ ਜਾਂਦਾ। ਟਾਈਪਸ ਆਫ ਇੰਸਪੈਕਸ਼ਨ, ਨੰਬਰ 1 ਇਜ਼ ਫਸਟ ਪੀਸ ਇੰਸਪੈਕਸ਼ਨ। ਇੱਕ ਮੈਥਡ ਹੈ ਕਿ ਜਦੋਂ ਆਪਾਂ ਮਸ਼ੀਨ ਦੀ ਸੈਟਿੰਗ ਕਰਤੀ, ਵਰਕਰ ਨੇ ਕੰਮ ਸ਼ੁਰੂ ਕਰਤਾ, ਮਟੀਰੀਅਲ ਨੂੰ ਲੋਡ ਕਰਤਾ ਕਿ ਪਹਿਲਾ ਪੀਸ ਇੰਸਪੈਕਟ ਕਰ ਲਓ ਤੇ ਠੀਕ ਹੈ, ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਜੀ ਇਹ ਅਗਲੇ ਪੀਸ ਠੀਕ ਹੋਣਗੇ, ਆਪਾਂ ਕਿ ਜਸਟ ਆਪਣਾ ਆਈਡੀਆ ਦੇ ਦਿੰਦੇ ਹਾਂ। ਜੇਕਰ ਵਰਕਿੰਗ ਇੰਸਪੈਕਸ਼ਨ ਜੈਸੇ ਕਿ ਵਰਕਿੰਗ ਇੰਸਪੈਕਸ਼ਨ ਕੀ ਹੈ ਕਿ ਲਗਾਤਾਰ ਜਾਂ ਵਰਕਰ ਜਿਹੜਾ ਕੰਮ ਕਰ ਰਿਹਾ ਹੈ ਉਹ ਉਹਨੂੰ ਚੈੱਕ ਕਰਦਾ ਰਹੇ 2-2 3-3 ਪੀਸਾਂ ਬਾਅਦ, ਤੇ ਜਾਂ ਉੱਥੇ ਜਿਹੜਾ ਇੰਸਪੈਕਟਰ ਹੈ ਉਹ ਕੰਟੀਨਿਊਸਲੀ ਮਸ਼ੀਨ ਦੇ ਉੱਤੇ ਜਾ ਕੇ ਸਪੈਸੀਮਨਸ ਨੂੰ ਚੈੱਕ ਕਰਦਾ ਰਹੇ। ਫਿਰ ਸੈਂਪਲ ਇੰਸਪੈਕਸ਼ਨ, ਇੱਕ ਆਪਾਂ ਸੈਂਪਲ ਪੀਸ ਤਿਆਰ ਕਰ ਲਿਆ, ਉਹਦੀ ਆਪਾਂ ਨੇ ਇੰਸਪੈਕਸ਼ਨ ਕਰ ਲਈ, ਉੱਥੋਂ ਆਪਾਂ ਐਸਟੀਮੇਟ ਲਾਇਆ ਕਿ ਠੀਕ ਹੈ ਜੀ ਬਾਕੀ ਸਪੈਸੀਮਨ ਇਹਦੇ ਮੁਤਾਬਕ ਹੀ ਆਪਾਂ ਨੇ ਚੈੱਕ ਕਰਨੇ ਨੇ ਤੇ ਪ੍ਰੋਡਕਸ਼ਨ ਸਟਾਰਟ ਕਰ ਦਿੰਦੇ ਆਪਾਂ। ਫਿਰ ਆਪਾਂ ਆਪਰੇਸ਼ਨ ਇੰਸਪੈਕਸ਼ਨ, ਜਿਸ ਪਰਪਸ ਲਈ ਆਪਰੇਸ਼ਨ ਦੇ ਲਈ ਸਪੈਸੀਮਨ ਬਣਾ ਰਹੇ ਆ ਉਹਦੇ ਮੁਤਾਬਕ ਚੈੱਕ ਕਰਨਾ, ਉਹਦੇ ਆਪਰੇਸ਼ਨਸ ਨੂੰ ਚੈੱਕ ਕਰਨਾ। ਫਿਰ ਫੰਕਸ਼ਨਲ ਕਿ ਜਿੱਥੇ ਉਹਨੇ ਜਾ ਕੇ ਯੂਜ਼ ਹੋਣਾ ਹੈ। ਫਿਰ ਪੈਟਰੋਲਿੰਗ ਮੀਨਸ ਤੁਰਦੇ ਫਿਰਦੇ ਇੰਸਪੈਕਸ਼ਨ ਕਰਨੀ। ਸੈਂਟਰਲਾਈਜ਼ਡ ਔਰ ਕੰਬਾਈਨਡ ਇੰਸਪੈਕਸ਼ਨ, ਇਹ ਹੁੰਦਾ ਕਈ ਵਾਰੀ ਆਪਣੇ ਕੋਲੇ ਜਿਹੜੇ ਪਾਰਟਸ ਨੇ ਉਹ ਜ਼ਿਆਦਾ ਬਲਕੀ ਹੁੰਦੇ ਨੇ, ਫਿਰ ਆਪਾਂ ਕੀ ਸਿਸਟਮ ਅਡਾਪਟ ਕਰਦੇ ਆ ਕਿ ਜਿਹੜੇ ਪਾਰਟਸ ਆਪਾਂ ਨੇ ਡਿਫਰੈਂਟ ਸ਼ਾਪਸ ਤੇ ਪ੍ਰੋਡਿਊਸ ਕੀਤੇ ਇੱਕ ਥਾਂ ਦੇ ਉੱਤੇ ਇਕੱਠੇ ਕਰ ਲਓ, ਉਹਨਾਂ ਨੂੰ ਸੈਂਟਰਲਾਈਜ਼ ਕਰ ਲਓ ਤੇ ਸੈਂਟਰਲਾਈਜ਼ ਕਰਕੇ ਉਹਨਾਂ ਦੀ ਇੰਸਪੈਕਸ਼ਨ ਕਰੋ। ਹੁਣ ਪੇਪਰ ਦੇ ਵਿੱਚ ਤੁਹਾਨੂੰ ਆਹ ਕੁਐਸਚਨ ਬੜਾ ਇੰਪੋਰਟੈਂਟ ਹੈ, ਵਾਟ ਇਜ਼ ਦਾ ਰੋਲ ਆਫ ਦਾ ਇੰਸਪੈਕਟਰ, ਜਾਂ ਵਾਟ ਇਜ਼ ਆਹ ਕੁਐਸਚਨ ਤੁਹਾਨੂੰ 5 ਪੇਪਰ ਆ ਜਾਂਦਾ ਹੈ, ਵਾਟ ਇਜ਼ ਦਾ ਨੀਡ ਆਫ ਇੰਸਪੈਕਸ਼ਨ ਐਂਡ ਇੰਪੋਰਟੈਂਸ ਆਫ ਇੰਸਪੈਕਸ਼ਨ, ਵਾਟ ਇਜ਼ ਦਾ ਰੋਲ ਆਫ ਦਾ ਇੰਸਪੈਕਟਰ। ਇਹ ਤੁਹਾਨੂੰ 5 ਨੰਬਰ ਦੇ ਕੁਝ ਪੇਪਰ ਦੇ ਵਿੱਚ ਆ ਸਕਦੇ ਨੇ। ਨੰਬਰ 1 ਇੰਸਪੈਕਟਰ, ਹੀ ਮਸਟ ਨੋ ਦਾ ਇੰਸਪੈਕਸ਼ਨ ਸਟੈਂਡਰਡਸ ਫॉर ਰਾ ਮਟੀਰੀਅਲਸ, ਵਰਕ ਇਨ ਪ੍ਰੋਗਰੈਸ ਐਂਡ ਫਾਈਨਲ ਪ੍ਰੋਡਕਟਸ। ਤੇ ਪਹਿਲਾਂ ਦੱਸਿਆ ਕਿ ਜਿਹੜਾ ਇੰਸਪੈਕਟਰ ਉੱਥੇ ਕੰਮ ਕਰ ਰਿਹਾ ਹੈ ਉਹਨੂੰ ਸਾਰੇ ਨੋਰਮ ਬਾਰੇ ਪਤਾ ਹੋਣਾ ਚਾਹੀਦਾ ਕਿ ਉਹ ਕਿਹੜੇ ਪੈਰਾਮੀਟਰ ਮੁਤਾਬਕ ਚੈੱਕ ਕਰਨਾ ਹੈ। ਆਪਣੇ ਨੈਸ਼ਨਲ ਪੈਰਾਮੀਟਰਸ ਨੇ, ਇੰਟਰਨੈਸ਼ਨਲ ਪੈਰਾਮੀਟਰਸ ਨੇ। ਹੀ ਮਸਟ ਅਸ਼ੋਰ ਦੈਟ ਆਲ ਦਾ ਆਪਰੇਸ਼ਨਸ ਹੈਵ ਬੀਨ ਪਰਫਾਰਮ, ਉਹ ਚੈੱਕ ਕਰੇ ਕਿ ਕੋਈ ਆਪਰੇਸ਼ਨ ਵਿੱਚੋਂ ਰਹਿ ਨਾ ਜਾਵੇ, ਸਾਰੇ ਆਪਰੇਸ਼ਨ ਕੀ ਐਕਚੁਅਲੀ ਪਰਫਾਰਮ ਹੋ ਰਹੇ ਨੇ। ਹੀ ਮਸਟ ਰਿਜੈਕਟ ਦਾ ਬੈਡ ਆਈਟਮ, ਜਿਹੜਾ ਆਈਟਮ ਜਿੱਥੇ ਆਪਾਂ ਨੂੰ ਲੱਗਦਾ ਫਾਲਟੀ ਸ਼ੁਰੂ ਹੋ ਗਿਆ ਉੱਥੇ ਹੀ ਉਹਨੂੰ ਰਿਜੈਕਟ ਕਰ ਦਿਓ। ਹੀ ਮਸਟ ਪ੍ਰੀਪੇਅਰ ਇਨਸਪੈਕਸ਼ਨ ਰਿਪੋਰਟਸ, ਉਹਨੂੰ ਹਰ ਸ਼ਾਪ ਦੇ ਵਿੱਚ ਇਨਸਪੈਕਸ਼ਨ ਰਿਪੋਰਟਸ ਤਿਆਰ ਕਰਨੀਆਂ ਚਾਹੀਦੀਆਂ ਨੇ। ਉੱਥੋਂ ਐਸਟੀਮੇਟ ਹੋਏਗਾ ਕਿੰਨਾ ਮਟੀਰੀਅਲ ਇਨਕਮਿੰਗ ਸੀ ਤੇ ਕਿੰਨਾ ਮਟੀਰੀਅਲ ਰਿਜੈਕਟ ਹੋਇਆ ਤੇ ਕਿੰਨਾ ਮਟੀਰੀਅਲ ਫਾਈਨਲ ਸਟੇਜ ਦੇ ਵਿੱਚ ਪਹੁੰਚਿਆ। ਉੱਥੋਂ ਆਪਾਂ ਇਨਵੈਂਟਰੀ ਕਾਊਂਟ ਕਰਾਂਗੇ ਕਿ ਵਰਕ ਇਨ ਪ੍ਰੋਗਰੈਸ ਦੇ ਵਿੱਚ ਕਿੰਨੇ ਆਈਟਮਸ ਖਰਾਬ ਹੋ ਗਏ। ਜਿੰਨੇ ਆਈਟਮਸ ਖਰਾਬ ਹੋਣਗੇ ਉਹਨਾਂ ਆਪਣਾ ਪੈਸਾ, ਉਨੀ ਆਪਣੀ ਲੇਬਰ ਕਾਸਟ, ਉਨੀ ਮਸ਼ੀਨਰੀ ਦੀ ਕਾਸਟ, ਉਨੀ ਆਪਣੀ એનર્ਜੀ, ਉਹ ਸਾਰੀ ਵੇਸਟ ਹੋਗੀ। He has to periodically inspect machines and tools to avoid abnormal happening। ਕੋਈ ਇੰਡਸਟਰੀ ਦੇ ਵਿੱਚ ਇਹ ਆਪਾਂ ਚੈਪਟਰ ਕਰਾਂਗੇ ਰਿਪੇਅਰ ਐਂਡ ਮੇਨਟੇਨੈਂਸ ਦੇ ਵਿੱਚ, ਵੀਕਐਂਡ ਦੇ ਉੱਤੇ ਇੱਕ ਰੈਸਟ ਹੁੰਦਾ, ਉਹਦੇ ਵਿੱਚੋਂ ਸਾਰੀ ਮਸ਼ੀਨਰੀ ਦੀ ਓਵਰਹੌਲਿੰਗ ਕਰਦੇ ਨੇ। ਸਾਰੀ ਮਸ਼ੀਨਰੀ ਦਾ ਪਰਪਸ ਕੀ ਹੈ, ਕੋਈ ਵੀ ਮਸ਼ੀਨ ਇੱਕ ਇਮੀਡੀਏਟ ਇਹ ਨਾ ਕਿ ਅਬਨੋਰਮਲ ਸ਼ੁਰੂ ਕਰ ਦੇ ਕਿ ਜਿਹੜੇ ਆਪਰੇਸ਼ਨਸ ਨੂੰ, ਜਿਹੜੇ ਪੈਰਾਮੀਟਰਸ ਆਪਾਂ ਚੈੱਕ ਕਰ ਰਹੇ ਹਾਂ ਉਹਦੇ ਵਿੱਚੋਂ ਅਪਰ ਤੇ ਲੋਅਰ ਕੰਟਰੋਲ ਲਿਮਿਟ ਦੇ ਵਿੱਚੋਂ ਸਪੈਸੀਮਨ ਬਾਹਰ ਚਲਾ ਜਾਵੇ। ਨੈਕਸਟ ਅੱਗੇ ਆਪਣੇ ਕੋਲ ਆ ਗਿਆ ਕੁਆਲਿਟੀ ਕੰਟਰੋਲ। ਕੁਆਲਿਟੀ ਕੰਟਰੋਲ ਕੀ ਹੈ ਕਿ ਆਪਾਂ ਨੇ ਇਹਦੀ ਨੀਡ ਤੇ ਇੰਪੋਰਟੈਂਸ। ਕੁਆਲਿਟੀ ਦੇ ਕੀ ਹੈ, ਅੱਜ ਦਾ ਟਾਈਮ ਹੈ ਜਿਹੜਾ ਇਹਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਹੈ ਕੁਆਲਿਟੀ ਹੈ, ਕਿਉਂਕਿ ਜਿਹੜਾ ਕਸਟਮਰ ਹੈ ਉਹ ਕੁਆਲਿਟੀ ਪ੍ਰੋਡਕਟਸ ਦੇ ਵਿੱਚ ਬਿਲੀਵ ਕਰਦਾ। ਉਹ ਕਹਿੰਦਾ ਕਿ ਮੈਂ ਜਦੋਂ ਚੀਜ਼ ਨੂੰ ਪਰਚੇਜ਼ ਕਰਨਾ ਹੈ ਤਾਂ ਮੈਨੂੰ ਉਹਦੀ ਕੁਆਲਿਟੀ ਦੀ ਅਸ਼ੋਰੈਂਸ ਹੋਣੀ ਚਾਹੀਦੀ ਹੈ। ਦੇਖੋ ਦੋ ਤਰ੍ਹਾਂ ਦੇ ਆਪਾਂ ਕਹਿੰਦੇ ਹਾਂ ਕਿ ਚਾਈਨੀਜ਼ ਪ੍ਰੋਡਕਟ ਨੇ, ਉਹਨਾਂ ਦੀ ਕਾਸਟ ਘੱਟ ਹੁੰਦੀ ਹੈ, ਆਪਾਂ ਕੁਆਲਿਟੀ ਤੇ ਕੰਪਰੋਮਾਈਜ਼ ਕਰ ਜਾਂਦੇ ਹਾਂ। ਪਰ ਜਦੋਂ ਆਪਾਂ ਕੁਆਲਿਟੀ ਤੇ ਕੰਪਰੋਮਾਈਜ਼ ਨਹੀਂ ਕਰਦੇ ਤਾਂ ਸਾਨੂੰ ਉਹਦੀ ਕਾਸਟ ਪੇ ਕਰਨੀ ਪਏਗੀ। ਸਾਡੇ ਕਸਟਮਰਸ ਦਾ ਬੇਸਿਕ ਟ੍ਰੈਂਡ ਇਹ ਹੋਣਾ ਚਾਹੀਦਾ ਹੈ ਕਿ ਪ੍ਰੋਡਕਟ ਦੇ ਸਭ ਤੋਂ ਪਹਿਲਾਂ ਕੁਆਲਿਟੀ ਦੇ ਪੈਰਾਮੀਟਰ ਚੈੱਕ ਕਰੋ ਕਿ ਟੋਟਲ ਕੁਆਲਿਟੀ ਮੈਨੇਜਮੈਂਟ ਜੋ ਕਹਿੰਦੀ ਹੈ ਕਿ ਉਹਦੇ ਅਕੋਰਡਿੰਗਲੀ ਕਸਟਮਰਸ ਦੀ ਸੈਟੀਸਫੈਕਸ਼ਨ ਮੁਤਾਬਕ ਕਿ ਉਹ ਸਾਰਾ ਉਹਦਾ ਡਿਜ਼ਾਈਨ, ਉਹਦਾ ਸਪੈਸੀਮਨ ਦੇ ਪ੍ਰੋਸੈਸਸ ਨੂੰ ਸਾਰਿਆਂ ਦੀ ਕੀ ਪ੍ਰੋਪਰ ਕੁਆਲਿਟੀ ਚੈੱਕ ਹੋਈ ਹੈ। ਕੁਆਲਿਟੀ ਕੰਟਰੋਲ ਇਜ਼ ਦਾ ਪ੍ਰੀਵੈਂਸ਼ਨ ਆਫ ਡਿਫੈਕਟਸ, ਜਿਹੜੇ ਫਾਲਟ ਪੈਂਦੇ ਨੇ ਉਹਨਾਂ ਨੂੰ ਓਰੀਜੀਨੇਟਿੰਗ ਐਟ ਡਿਜ਼ਾਈਨ, ਜਦੋਂ ਆਪਾਂ ਡਿਜ਼ਾਈਨ ਕੀਤਾ ਕਿਸੇ ਮਟੀਰੀਅਲ ਨੂੰ, ਪਰਚੇਜ਼ ਆਫ ਰਾ ਮਟੀਰੀਅਲ, ਸਟੋਰੇਜ
ਮੈਨੂਫੈਕਚਰਿੰਗ ਐਂਡ ਡਿਸਪੈਚ ਸਟੇਜ ਐਂਡ ਟੇਕਿੰਗ ਕਰੈਕਟਿਵ ਐਕਸ਼ਨਸ। ਜਿਹੜੀ ਸਟੇਜ ਦੇ ਉੱਤੇ ਆਪਾਂ ਨੂੰ ਲੱਗ ਰਿਹਾ ਹੈ ਕਿ ਕੁਆਲਿਟੀ ਦੇ ਵਿੱਚ ਪਾਰਟਸ ਦੇ ਵਿੱਚ ਖਰਾਬ ਆ ਰਿਹਾ ਹੈ, ਉਸੇ ਸਟੇਜ ਤੇ ਚੈੱਕ ਕਰੋ, ਉਸੇ ਸਟੇਜ ਤੇ ਉਹਨੂੰ ਬਾਹਰ ਭੇਜ ਦਿਓ ਸਪੈਸੀਮਨ ਨੂੰ। ਜੇ ਲੱਗ ਰਿਹਾ ਹੈ ਕਿ ਸਪੈਸੀਮਨ ਖਰਾਬ ਹੈ ਤਾਂ ਸਪੈਸੀਮਨ ਨੂੰ ਰਿਜੈਕਟ ਕਰਕੇ ਵਾਪਸ ਮਟੀਰੀਅਲ ਨੂੰ ਸਟੋਰ ਦੇ ਵਿੱਚ ਭੇਜ ਦਿਓ। ਕੁਆਲਿਟੀ ਅਸ਼ੋਰੈਂਸ ਇਜ਼ ਪ੍ਰੋਵਾਈਡਿੰਗ ਨੈਸੈਸਰੀ ਕੌਨਫੀਡੈਂਸ ਟੂ ਦਾ ਕਸਟਮਰ ਐਂਡ ਮੈਨੇਜਮੈਂਟ। ਕੋ ਜਿੰਨਾ ਜ਼ਿਆਦਾ ਮੈਨੇਜਮੈਂਟ ਦਾ ਕੌਨਫੀਡੈਂਸ ਲੈਵਲ ਹੈ, ਜੇ ਆਪਾਂ 100 ਦੇ ਵਿੱਚੋਂ 5 ਪੀਸ ਚੈੱਕ ਕੀਤੇ ਤਾਂ 5% ਕੌਨਫੀਡੈਂਸ ਲੈਵਲ ਹੈ, ਜੇ 50 ਚੈੱਕ ਕੀਤੇ ਤਾਂ 50% ਕੌਨਫੀਡੈਂਸ ਲੈਵਲ ਹੈ। ਜਿਹੜੀ ਆਪਣੇ ਕੋਲ ਫੂਡ ਆਈਟਮਸ ਨੇ ਜਾਂ ਇਦਾਂ ਦੀਆਂ ਆਈਟਮਸ ਨੇ ਜਿਨ੍ਹਾਂ ਦੇ ਵਿੱਚ ਰਿਸਕ ਹੈ ਲਾਈਫ ਦਾ, ਜਿਸ ਤਰ੍ਹਾਂ ਗੱਡੀਆਂ ਦੇ ਵਿੱਚ ਹੁਣ ਦੇਖੋ ਉਹਨਾਂ ਨੇ ਆਪਣੇ ਕੋਲ ABS ਤੇ ਦੋਨਾਂ ਫਰੰਟ ਸੀਟ ਦੇ ਵਿੱਚ 에ਅਰ ਬੈਗ ਜ਼ਰੂਰੀ ਕਰਤੇ। ਪਰਪਸ ਕੀ ਹੈ ਕਿ ਜਿਹੜਾ ਫਰੰਟ ਤੋਂ ਜੋ ਜੇ ਗੱਡੀ ਸਪੋਜ਼ ਕੋਈ ਗੱਡੀ ਕੋਲਾਈਡ ਕਰਦੀ ਹੈ ਤਾਂ 에ਅਰ ਬੈਗਸ ਖੁੱਲ ਜਾਂਦੇ ਨੇ, ਡਰਾਈਵਰ ਤੇ ਅਗਲਾ ਜਿਹੜਾ ਬੰਦਾ ਹੁੰਦਾ ਦੋਨੋਂ ਸੇਫ ਹੁੰਦੇ ਨੇ। ABS ਕੀ ਹੈ, ਗੱਡੀ ਉਸੇ ਵੇਲੇ ਗੱਡੀ ਰੁਕ ਜਾਂਦੀ ਹੈ। Necessary confidence to the customer, the management that product quality is as per customer, satisfaction with economy. Total quality management consists of quality planning, quality control and quality improvement. ਅੱਗੇ ਤੁਹਾਨੂੰ ਪੇਪਰ ਦੇ ਵਿੱਚ ਆਹ 5 ਨੰਬਰ ਦਾ ਕੁਐਸਚਨ ਹੈ, ਇਹ ਵੀ ਬੜਾ ਇੰਪੋਰਟੈਂਟ ਕੁਐਸਚਨ ਹੈ। ਰਾਈਟ ਨੋਟ ਔਨ ਸਟੈਟਿਸਟੀਕਲ ਕੁਆਲਿਟੀ ਕੰਟਰੋਲ। ਦੇਖੋ ਸਟੈਟਿਸਟੀਕਲ ਮੀਨਸ ਆਪਾਂ ਨੇ ਸਟੈਟ ਯੂਜ਼ ਕਰਨੀ ਹੈ। ਜੇ ਤੁਸੀਂ ਮੈਥ ਦੇ ਵਿੱਚ ਪੜ੍ਹਿਆ ਹੋਏਗਾ, ਆਪਾਂ ਨੇ ਸਟੈਟਿਸਟਿਕਲੀ ਇੱਕ ਸਟੈਟ ਟੈਕਨੀਕ ਯੂਜ਼ ਕਰਕੇ ਆਪਣੇ ਕੋਲੇ ਜਿਹੜਾ ਸੈਂਪਲ ਹੈ ਉਹ ਸੈਂਪਲਸ ਦੇ ਵਿੱਚੋਂ ਕੁਝ ਸੈਂਪਲਸ ਨੂੰ ਰੈਂਡਮਲੀ ਵਿੱਚੋਂ ਚੱਕ ਕੇ ਚੈੱਕ ਕਰਕੇ 100 ਦੇ ਵਿੱਚੋਂ ਜੇ ਆਪਾਂ ਨੇ 10 ਪੀਸ ਚੈੱਕ ਕੀਤੇ ਤਾਂ ਆਪਾਂ ਨੇ ਐਕਸੈਪਟੈਂਸ ਰਿਪੋਰਟ ਦਿੱਤੀ। ਇਟ ਮੀਨਸ ਦੇ 100 ਦਾ 100 ਪੀਸ ਠੀਕ ਹੈ। ਆਪਾਂ ਇੱਕ ਸਟੈਟਿਸਟਿਕਲੀ ਐਨਾਲਿਸਿਸ ਕਰ ਲਿਆ ਕਿ 100 ਦੇ ਵਿੱਚੋਂ ਰੈਂਡਮਲੀ 10 ਪੀਸ ਚੈੱਕ ਕਰ ਲਏ, ਇਟ ਮੀਨਸ ਸਾਰਾ ਜਿਹੜਾ ਲੋਟ ਹੈ ਉਹ ਠੀਕ ਹੈ। Statistical quality control is the technique of estimating quality of the whole from the quality of the samples. ਸੈਕੇ ਵਿੱਚੋਂ ਸੈਂਪਲਸ ਚੱਕ ਕੇ ਜਿੱਥੇ ਪ੍ਰੋਡਕਸ਼ਨ ਹੋ ਰਹੀ ਹੈ ਉਹਦੇ ਵਿੱਚੋਂ ਕੁਝ ਸੈਂਪਲਸ ਚੈੱਕ ਕਰਕੇ ਉਹਨਾਂ ਨੂੰ ਚੈੱਕ ਕਰਕੇ ਉਹ ਤੋਂ ਆਪਾਂ ਐਸਟੀਮੇਟ ਦਿੱਤਾ ਕਿ ਸਾਰੇ ਸਪੈਸੀਮਨ ਨੇ ਜਿਹੜੇ ਮਟੀਰੀਅਲ ਬਣ ਰਿਹਾ ਉਹ ਠੀਕ ਮਟੀਰੀਅਲ ਬਣ ਰਿਹਾ। SQC the use of statistical methods in the monitoring and maintaining the quality of products and services. ਇਹ ਆਪਣੇ ਕੋਲੇ ਮੈਥਡਸ ਨੂੰ ਮੇਨਟੇਨ ਕਰਦੀ ਹੈ ਕੁਆਲਿਟੀ ਆਫ ਦਾ ਪ੍ਰੋਡਕਟਸ ਐਂਡ ਸਰਵਿਸਿਜ਼। ਵਨ ਮੈਥਡ ਰੈਫਰ ਟੂ ਐਜ਼ ਦਾ ਐਕਸੈਪਟੈਂਸ ਸੈਂਪਲਿੰਗ। ਤੇ ਪਹਿਲਾਂ ਸੀ ਐਕਸੈਪਟੈਂਸ ਸੈਂਪਲਿੰਗ, ਵਿੱਚੋਂ ਆਪਾਂ ਨੇ ਕੁਝ ਸੈਂਪਲ ਚੱਕੇ, ਉਹਨਾਂ ਦੇ ਬੇਸ ਦੇ ਉੱਤੇ ਚੈੱਕ ਕੀਤਾ ਕਿ ਉਹ ਸਾਡੇ ਜਿਹੜੀਆਂ ਪੈਰਾਮੀਟਰਸ ਨੇ ਲੋਅਰ ਕੰਟਰੋਲ ਲਿਮਿਟ ਤੇ ਅਪਰ ਕੰਟਰੋਲ ਲਿਮਿਟ ਜੋ ਮੋਟੋਲੋਜੀ ਪੜ੍ਹਿਆ ਹੋਇਆ ਹੈ, ਜੇ ਸਪੈਸੀਮਨ ਉਹਦੇ ਵਿੱਚ ਫਾਲ ਕਰ ਰਿਹਾ ਹੈ। ਆਪਾਂ 100 10 ਸਪੈਸੀਮਨ ਚੈੱਕ ਕੀਤੇ, ਇਟ ਮੀਨ ਸਾਰਾ ਅਲਾਟ ਹੈ ਜਿਹੜੀ ਉਹ ਸਿਲੈਕਟ ਹੋ ਗਈ ਆਪਣੀ। One method referred to as acceptance sampling can be used when a decision must be made to accept or reject a group of parts or items based on the quality found in sample. Second method ਆਪਾਂ ਕੀ ਯੂਜ਼ ਕਰਦੇ ਆ, ਕੰਟਰੋਲ ਚਾਰਟਸ ਯੂਜ਼ ਕਰਦੇ ਆ। ਉਹਦੇ ਵਿੱਚ ਆਪਾਂ ਮੀਨ ਚਾਰਟ ਯੂਜ਼ ਕਰਦੇ ਆ, ਰੇਂਜ ਚਾਰਟ ਯੂਜ਼ ਕਰਦੇ ਆ, ਪੀ ਚਾਰਟ ਯੂਜ਼ ਕਰਦੇ ਆ, ਸੀ ਚਾਰਟ ਯੂਜ਼ ਕਰਦੇ ਆ। ਆਪਣੇ ਕੋਲੇ ਜਿੰਨੇ ਸੈਂਪਲਸ ਨੇ ਉਹਨਾਂ ਦਾ ਪਹਿਲਾਂ ਆਪਾਂ ਇੱਕ ਮੀਨ ਵੈਲਿਊ ਲੈ ਲੈਂਦੇ ਆ, ਫਿਰ ਆਪਣੇ ਜੋ ਲੋਅਰ ਕੰਟਰੋਲ ਲਿਮਿਟ ਹੈ ਉਹ ਲੈ ਲੈਂਦੇ ਆ ਤੇ ਅਪਰ ਕੰਟਰੋਲ ਲਿਮਿਟ ਲੈ ਲੈਂਦੇ ਆ। ਆਪਾਂ ਸਪੈਸੀਮਨਸ ਨੂੰ ਚੈੱਕ ਕਰਦੇ ਆ, ਸਪੈਸੀਮਨਸ ਨੂੰ 1 ਜੇ ਉਹ ਵਿਦਿਨ ਦਾ ਲਿਮਿਟ ਹੈ ਉਹ ਆਪਣੀ ਇਟ ਮੀਨਸ ਓਕੇ ਹੈ, ਸੈਕੰਡ ਹੈ, ਥਰਡ ਹੈ, ਫੋਰਥ ਹੈ। ਜਦੋਂ ਪ੍ਰੋਸੈਸ ਆਊਟ ਆਫ ਕੰਟਰੋਲ ਚਲਾ ਗਿਆ, ਜੇ ਚਾਹੇ ਅਪਰ ਕੰਟਰੋਲ ਲਿਮਿਟ ਤੋਂ ਬਾਹਰ ਚਲਾ ਗਿਆ ਜਾਂ ਲੋਅਰ ਕੰਟਰੋਲ ਲਿਮਿਟ ਤੋਂ ਬਾਹਰ ਚਲਾ ਗਿਆ, ਉਸੇ ਵੇਲੇ ਆਪਾਂ ਨੂੰ ਮਸ਼ੀਨ ਨੂੰ ਬੰਦ ਕਰਨਾ ਚਾਹੀਦਾ ਹੈ ਤਾਂ ਕਿ ਸਾਡਾ ਜਿਹੜਾ ਮਟੀਰੀਅਲ ਹੈ ਉਹ ਲਾਸ ਨਾ ਹੋਵੇ। A second method referred to as a statistical process control uses graphical displays known as control charts. ਪੇਪਰ ਤੋਂ ਇਹ ਵੀ ਕੁਐਸਚਨ ਆ ਸਕਦਾ ਹੈ, what are control charts? ਅੱਗੇ ਆਪਾਂ ਕਰਨੇ ਨੇ what are the advantages of control charts to determine whether a process should be continued or should be adjusted to achieve the desired quality. ਜਿਹੜਾ ਪ੍ਰੋਸੈਸ ਹੈ ਲੋਅਰ ਤੇ ਅਪਰ ਕੰਟਰੋਲ ਲਿਮਿਟ ਦੇ ਵਿੱਚ ਰੱਖਣ ਦੇ ਲਈ ਆਪਾਂ ਨੂੰ ਡਿਸੀਜਨ ਲੈਣਾ ਪਏਗਾ ਕਿ ਜੇ ਲੋਅਰ ਥੱਲੇ ਚਲਾ ਗਿਆ ਮਸ਼ੀਨ ਐਡਜਸਟਮੈਂਟ ਮੰਗਦੀ ਹੈ ਜਾਂ ਕੋਈ ਮਟੀਰੀਅਲ ਦੇ ਵਿੱਚ ਪ੍ਰੋਬਲਮ ਆਈ ਹੈ। ਕੰਟਰੋਲ ਚਾਰਟਸ ਆਰ ਦਾ ਮੋਸਟ ਇੰਪੋਰਟੈਂਟ ਸਟੈਟਿਸਟੀਕਲ ਟੂਲਸ for data analysis in quality control of manufactured products. Classification of control charts. ਆਪਾਂ ਨੂੰ ਕਿਸ ਤਰ੍ਹਾਂ ਕਲਾਸੀਫਾਈ ਕਰਦੇ ਹਾਂ ਕੰਟਰੋਲ ਚਾਰਟਸ ਦੇ? ਨੰਬਰ 1 ਚਾਰਟਸ ਫॉर ਵੇਰੀਏਬਲਸ, ਜਿਹੜੇ ਕੁਝ ਆਈਟਮਸ ਨੇ ਜਿਹੜੀਆਂ ਮੈਰੀਏਬਲ ਨੇ ਜਿਹਨਾਂ ਨੂੰ ਆਪਾਂ ਸਾਈਜ਼ ਨੂੰ ਮੈਜ਼ਰ ਕਰ ਸਕਦੇ ਆ। ਪਹਿਲਾਂ ਆਪਾਂ ਉਹਨਾਂ ਨੂੰ ਡਿਵਾਈਡ ਕੀਤਾ ਤੇ ਐਟਰੀਬਿਊਟ ਚਾਰਟਸ। ਆਪਾਂ ਡਿਸੀਜਨ ਲੈਣਾ ਕਿ ਗੁੱਡ ਔਰ ਬੈਡ,
कि ਜਿਹੜੀ ਇਹ ਆਈਟਮ ਹੈ ਇਹ ਗੁੱਡ ਹੈ ਜਾਂ ਬੈਡ ਹੈ, ਚੰਗੀ ਹੈ ਜਾਂ ਮਾੜੀ ਹੈ। ਸੈਕੰਡ ਆਪਣੇ ਕੋਲੇ ਮੀਨ ਚਾਰਟ ਜਿਹਨੂੰ ਆਪਾਂ ਐਕਸ ਬਾਰ ਚਾਰਟ ਕਹਿੰਦੇ ਆ, ਰੇਂਜ ਚਾਰਟ ਆਰ ਬਾਰ ਚਾਰਟ, ਪ੍ਰੋਪੋਰਸ਼ਨ ਆਫ ਡਿਫੈਕਟਸ ਪੀ ਚਾਰਟ। ਕੀ ਪ੍ਰੋਪੋਰਸ਼ਨ ਦੇਖਣਾ ਪੀ ਚਾਰਟ ਦੇ ਵਿੱਚ ਆਪਾਂ ਇਹਨੇ ਕਿੰਨੇ ਪ੍ਰੋਪੋਰਸ਼ਨ ਉਹਦੇ ਵਿੱਚ ਡਿਫੈਕਟਿਵ ਪੀਸਸ ਦਾ। ਨੰਬਰ ਆਫ ਡਿਫੈਕਟਸ ਸੀ ਚਾਰਟ। टाइप्स ऑफ कंट्रोल चार्ट्स हो गया अपने कोले मीन चार्ट एक्स बार चार्ट हो गया, आर बार चार्ट हो गया, पी चार्ट हो गया, सी चार्ट हो गया। एडवांटेजेस ऑफ कंट्रोल चार्ट्स, इट इंडिकेट्स वेदर द प्रोसेस इज इन कंट्रोल और आउट ऑफ कंट्रोल एट अ पर्टिकुलर पॉइंट ऑफ टाइम। ये ਆਪਾਂ ਨੂੰ ਦੱਸੇਗਾ ਕੰਟਰੋਲ ਚਾਰਟ ਸਾਨੂੰ ਦੱਸਦੇ ਨੇ। ਪਹਿਲਾਂ ਅਸੀਂ ਇੱਕ ਮੀਨ ਵੈਲਿਊ ਲੈਣੇ ਆ, ਫਿਰ ਅਪਰ ਕੰਟਰੋਲ ਲਿਮਿਟ ਤੇ ਲੋਅਰ ਕੰਟਰੋਲ ਲਿਮਿਟ ਕਿ ਜਿਹੜਾ ਪ੍ਰੋਸੈਸ ਹੈ ਉਹ ਵਿਦਿਨ ਦਾ ਲਿਮਿਟਸ ਹੈ ਜਾਂ ਲਿਮਿਟਸ ਤੋਂ ਬਾਹਰ ਚਲਾ ਗਿਆ। ਇਟ ਇਨਸ਼ੋਰਸ ਲੈਵਲ ਆਫ ਕੁਆਲਿਟੀ ਐਂਡ ਬਿਲਡਸ ਅਪ ਦਾ ਰੈਪੂਟੇਸ਼ਨ ਆਫ ਦਾ ਐਂਟਰਪ੍ਰਾਈਜ਼। ਇਹ ਕੰਪਨੀ ਦੀ ਰੈਪੂਟੇਸ਼ਨ ਦਾ ਸਵਾਲ ਹੁੰਦਾ ਹੈ ਕਿ ਕੰਪਨੀ ਦਾ ਕੌਨਫੀਡੈਂਸ ਲੈਵਲ ਤਾਂ ਹੀ ਬਣਦਾ ਹੈ ਜੇ ਉਹਦੇ ਵਿੱਚ ਪ੍ਰੋਸੈਸ ਹੈ ਉਹ ਲੋਅਰ ਕੰਟਰੋਲ ਤੇ ਅਪਰ ਕੰਟਰੋਲ ਲਿਮਿਟ ਦੇ ਵਿੱਚ ਹੈ। It detects unusual variables taking place in a period. Unusual variables. It helps in reducing the rejections. It warns in time so that the process can be rectified in time. ਇਹ ਆਪਾਂ ਨੂੰ ਇਨਸਪੈਕਸ਼ਨ ਦਾ ਦੱਸ ਦਿੰਦਾ ਕਿ ਪ੍ਰੋਸੈਸ ਇਸ ਵੇਲੇ ਜਾਂ ਆਪਣੀ ਮਸ਼ੀਨ ਹਿੱਲ ਗਈ ਜਾਂ ਆਪਰੇਟਰ ਕੰਮ ਠੀਕ ਨਹੀਂ ਕਰ ਰਿਹਾ ਜਾਂ ਮਟੀਰੀਅਲ ਫਾਲਟੀ ਹੈ, ਪ੍ਰੋਸੈਸ ਆਊਟ ਆਫ ਕੰਟਰੋਲ ਹੋ ਗਿਆ, ਉੱਥੇ ਪ੍ਰੋਸੈਸ ਨੂੰ ਰੋਕ ਦਿਓ। It helps in setting tolerance limits. ਇਹ ਹੈਲਪ ਕਰਦਾ ਹੈ ਕਿ ਅਪਰ ਕੰਟਰੋਲ ਲਿਮਿਟ ਤੇ ਲੋਅਰ ਕੰਟਰੋਲ ਲਿਮਿਟ। ਮੈਂ ਤੁਹਾਨੂੰ ਬੁੱਕ ਤੋਂ ਕਰਾਵਾਂ ਕਿ ਤੁਹਾਡੀ ਜਿਹੜੀ ਨਵੀਂ ਬੁੱਕ ਹੈ ਉਹਦੇ ਵਿੱਚ ਇਹ ਚੈਪਟਰ ਹਜੇ ਐਡ ਨਹੀਂ ਕੀਤਾ ਉਹਨੇ। ਮੈਂ ਤੁਹਾਨੂੰ ਇੱਕ ਹੋਰ ਬੁੱਕ ਤੋਂ ਦੱਸਦਾ ਕਿ ਜਿਹੜੇ ਆਪਣੇ ਕੋਲੇ ਇਹ ਚਾਰਟਸ ਨੇ ਦੇਖੋ ਬੇਟੇ, ਹੁਣ ਇਹ ਤੁਹਾਡੇ ਸਿਲੇਬਸ ਦਾ ਪਾਰਟ ਨਹੀਂ ਹੈਗੇ ਪਰ ਫਿਰ ਵੀ ਤੁਹਾਨੂੰ ਪੇਪਰ ਵਿੱਚ ਕੁਐਸਚਨ ਇਹੀ ਆਏਗਾ ਕਿ ਵਾਟ ਆਰ ਕੰਟਰੋਲ ਚਾਰਟਸ, ਵਾਟ ਆਰ ਦਾ ਐਡਵਾਂਟੇਜ ਆਫ ਕੰਟਰੋਲ ਚਾਰਟਸ। ਇੱਥੇ ਆਪਾਂ ਨੇ ਐਕਸ ਬਾਰ ਚਾਰਟ ਕੀਤਾ, ਇੱਥੇ ਦੇਖੋ ਆਪਾਂ ਨੇ ਲਏ ਨੇ ਸੈਂਪਲ ਨੰਬਰ, ਇੱਥੇ ਆਪਾਂ ਨੇ 1 2 3 4 5 6 7 8 9 10 ਸੈਂਪਲ ਲਏ ਨੇ। ਇੱਥੇ ਆਪਾਂ ਨੇ ਐਕਸ ਬਾਰ ਚਾਰਟ ਡਰਾ ਕੀਤਾ, ਇਹ ਆਪਣੇ ਕੋਲੇ 10 ਦੀਆਂ ਵੈਲਿਊਜ਼ ਕੱਢ ਕੇ ਆਪਾਂ ਨੇ ਇੱਥੇ ਇੱਕ ਮੀਨ ਲਾ ਲਿਆ। ਮੀਨ ਆਪਣਾ ਕਿੰਨਾ ਹੈ 7.6। ਦੇਖੋ ਜਿਹੜਾ ਸਪੈਸੀਮਨ ਨੰਬਰ 1 ਹੈ ਉਹ ਇਹ ਆਪਣੇ ਕੋਲੇ ਲੋਅਰ ਕੰਟਰੋਲ ਲਿਮਿਟ ਹੈ, ਇਹ ਆਪਣੇ ਕੋਲੇ ਅਪਰ ਕੰਟਰੋਲ ਲਿਮਿਟ ਹੈ। ਇਹ ਜਿਹੜਾ ਸਪੈਸੀਮਨ ਨੰਬਰ 1 ਹੈ ਉਹ ਵਿਦਨ ਦਾ ਪ੍ਰੋਸੈਸ ਹੈ, 2 ਵੀ ਵਿਦਨ ਦਾ ਪ੍ਰੋਸੈਸ ਹੈ ਤੇ 3 ਵਿਦਨ ਦਾ ਪ੍ਰੋਸੈਸ ਹੈ। ਆ 4 ਨੰਬਰ ਤੇ ਜਦੋਂ ਆਪਾਂ ਗਏ ਇੱਥੇ ਜਾ ਕੇ ਕੀ ਹੋਇਆ ਕਿ ਸਪੈਸੀਮਨ ਆਊਟ ਆਫ ਕੰਟਰੋਲ ਹੋ ਗਿਆ। ਜਿਹੜੀ ਅਪਰ ਕੰਟਰੋਲ ਲਿਮਿਟ ਹੈ ਆਪਣੇ ਕੋਲੇ 9.11 ਜਿਹੜੀ ਵੈਲਿਊ ਹੈ, ਇੱਥੇ ਆਪਾਂ ਨੂੰ ਮਸ਼ੀਨ ਨੂੰ ਬੰਦ ਕਰ ਦੇਣਾ ਚਾਹੀਦਾ ਸੀਗਾ। ਨਾ ਆਪਣਾ ਮਟੀਰੀਅਲ ਦੀ ਵੇਸਟੇਜ ਹੁੰਦੀ, ਨਾ ਮਸ਼ੀਨ ਦਾ ਆਪਣਾ ਟਾਈਮ ਖਰਾਬ ਹੁੰਦਾ, ਨਾ ਵਰਕਰ ਦਾ ਟਾਈਮ ਲੋਸਟ ਹੁੰਦਾ ਤੇ ਨਾ ਕੰਪਨੀ ਦਾ ਲਾਸ ਹੁੰਦਾ। ਦੇਖੋ ਇੱਥੇ ਪ੍ਰੋਸੈਸ ਆਊਟ ਆਫ ਕੰਟਰੋਲ ਹੋਗਾ, ਪ੍ਰੋਸੈਸ ਇੱਥੇ ਆਊਟ ਆਫ ਕੰਟਰੋਲ ਹੋ ਗਿਆ। ਇੱਥੇ ਆਪਣੇ ਕੋਲੇ ਆ ਗਿਆ ਆਰ ਬਾਰ ਚਾਰਟ। ਆਰ ਬਾਰ ਦੇ ਵਿੱਚ ਕੀ ਹੈ, ਆਪਾਂ ਕੀ ਦੇਖ ਰਹੇ ਹਾਂ ਇਹਦੇ ਵਿੱਚ ਆਰ ਚਾਰਟ ਦੇ ਵਿੱਚ ਕੀ ਹੈ, ਦੇਖੋ ਇਹ ਆਪਣੇ ਕੋਲ ਰੇਂਜ ਚਾਰਟ ਹੈ, ਸੈਂਪਲ ਨੰਬਰ ਹੈ। ਆਪਣੇ ਕੋਲੇ 10 ਸੈਂਪਲਸ ਨੇ, ਆਪਣੇ ਕੋਲ ਮੀਨ ਵੈਲਿਊ ਕਿੰਨੀ ਹੈ 2.6, ਅਪਰ ਕੰਟਰੋਲ ਲਿਮਿਟ ਕਿੰਨੀ ਹੈ 5.49 ਤੇ ਲੋਅਰ ਕੰਟਰੋਲ ਲਿਮਿਟ ਆਪਾਂ 0 ਲਈ ਆ। ਇਹਦੇ ਵਿੱਚ ਦੇਖਿਆ ਆਪਾਂ ਨੇ ਜਿਹੜਾ ਫਸਟ ਸਪੈਸੀਮਨ ਹੈ ਉਹ ਇੱਥੇ ਹੈ, ਸੈਕੰਡ ਇੱਥੇ ਹੈ, ਥਰਡ ਇੱਥੇ ਹੈ, ਫੋਰਥ ਹੈ, ਫਿਫਥ ਹੈ, ਸਿਕਸਥ ਹੈ, ਸੈਵਨਥ ਹੈ, 8 ਹੈ, 9 10 ਹੈ। ਕਿ ਰੇਂਜ ਚਾਰਟ ਦੇ ਅਕੋਰਡਿੰਗਲੀ ਜਿਹੜਾ ਪ੍ਰੋਸੈਸ ਹੈ ਉਹ ਲੋਅਰ ਕੰਟਰੋਲ ਤੇ ਅਪਰ ਕੰਟਰੋਲ ਲਿਮਿਟ ਦੇ ਵਿੱਚ ਹੀ ਫਾਲ ਕਰ ਰਿਹਾ ਹੈ। ਇਟ ਮੀਨਸ ਰੇਂਜ ਚਾਰਟ ਦੇ ਮੁਤਾਬਕ ਇਹ ਪ੍ਰੋਸੈਸ ਠੀਕ ਹੈ। ਅੱਗੇ ਬੇਟੇ ਆਪਣੇ ਕੋਲੇ ਆ ਗਿਆ ਪੀ ਚਾਰਟ। ਦੇਖੋ ਪੀ ਚਾਰਟ ਦੇ ਵਿੱਚ ਵੀ ਆਪਾਂ ਨੇ ਇਧਰ ਸੈਂਪਲ ਨੰਬਰ ਲਿੱਤਾ, ਆਪਾਂ ਨੇ 1 ਤੋਂ ਲੈ ਕੇ 10 ਤੱਕ ਸੈਂਪਲ ਲਏ ਨੇ। ਇੱਥੇ ਆਪਾਂ ਨੇ ਉਹਨਾਂ ਦੀਆਂ ਜਿਹੜੀਆਂ ਵੈਲਿਊਜ਼ ਨੇ ਸਪੈਸੀਮਨ ਦੀਆਂ ਲੈ ਲਈਆਂ। ਜਿਹੜੇ ਫ੍ਰੈਕਸ਼ਨ ਡਿਫੈਕਟਸ ਨੇ ਆਪਾਂ ਨੂੰ ਪੀ ਇਫੈਕਟ ਦੱਸਦਾ ਕਿ ਆਪਣੇ ਕੋਲੇ ਆਪਾਂ ਨੂੰ ਡਿਫੈਕਟਸ ਨੂੰ ਚੈੱਕ ਕਰਨਾ। ਇੱਥੇ ਆਪਾਂ ਮੀਨ ਵੈਲਿਊ ਲਿੱਤੀ ਹੈ, ਇੱਥੇ ਆਪਣੇ ਕੋਲੇ ਲੋਅਰ ਕੰਟਰੋਲ ਲਿਮਿਟ ਹੈ, ਇਹ ਆਪਣੇ ਕੋਲੇ ਅਪਰ ਕੰਟਰੋਲ ਲਿਮਿਟ ਹੈ। ਇੱਥੇ ਸਪੈਸੀਮਨ ਨੰਬਰ 1 ਦੀ ਵੈਲਿਊ ਹੈ, 2 ਹੈ, 3 ਹੈ, 4 ਹੈ, 5 ਹੈ, 6 ਹੈ, 7 ਹੈ, 8 ਹੈ, 9। 9 ਤੇ ਜਾ ਕੇ ਕੀ ਹੋਇਆ ਆਪਣਾ ਕਿ ਜਿਹੜਾ ਪ੍ਰੋਸੈਸ ਸੀ ਉਹ ਲੋਅਰ ਕੰਟਰੋਲ ਲਿਮਿਟ ਤੋਂ ਬਾਹਰ ਚਲਾ ਗਿਆ। ਇੱਥੇ ਆਪਾਂ ਨੂੰ ਮਸ਼ੀਨ ਨੂੰ ਬੰਦ ਕਰ ਦੇਣਾ ਚਾਹੀਦਾ ਸੀਗਾ। ਇਹ ਆਪਣੇ ਕੋਲੇ ਪੀ ਚਾਰਟ ਹੈ। ਪੀ ਚਾਰਟ ਆਪਾਂ ਨੂੰ ਕੀ ਦੱਸਦਾ ਕਿ ਨੰਬਰ ਆਫ ਡਿਫੈਕਟਸ ਕਿੰਨੇ ਨੇ ਸਪੈਸੀਮਨ ਦੇ ਵਿੱਚ। ਅੱਗੇ ਆਪਣੇ ਕੋਲੇ ਆ ਗਿਆ ਸੀ ਚਾਰਟ। ਦੇਖੋ ਬੇਟੇ ਸੀ ਚਾਰਟ ਦੇ ਵਿੱਚ ਕੀ ਹੈ,
ਇਹਦੇ ਵਿੱਚ ਵੀ ਆਪਾਂ ਨੇ ਸੇਮ ਕੀਤਾ, ਇੱਥੇ ਆਪਾਂ ਨੇ ਮੀਨ ਲੈ ਲਿਆ, ਇਹ ਆਪਣੇ ਕੋਲੇ ਲੋਅਰ ਕੰਟਰੋਲ ਲਿਮਟ ਆ ਗਈ, ਇਹ ਆਪਣੇ ਕੋਲੇ ਇੱਥੇ ਅਪਰ ਕੰਟਰੋਲ ਲਿਮਟ ਆ ਗਈ। ਆਪਾਂ ਸਪੈਸੀਮਨ ਨੂੰ ਦੇਖਿਆ, ਸਪੈਸੀਮਨ ਨੰਬਰ 1 2 3 4 5 6 7 ਤੇ 8 ਹੀ ਸੀ ਚਾਰਟ ਦੇ ਮੁਤਾਬਕ ਹੀ ਸਪੈਸੀਮਨ ਵਿਦਿਨ ਦਾ ਪ੍ਰੋਸੈਸ ਹੈ। ਦੇਖੋ ਇਹਦੇ ਤੁਹਾਡੇ ਸਿਲੇਬਸ 'ਚ ਨਿਊਮੈਰੀਕਲ ਨਹੀਂ ਹੈਗੇ, ਕਿਉਂਕਿ ਉਹਦੇ ਵਿੱਚ ਉਹਨੇ ਕਿਤੇ ਵੀ ਨਹੀਂ ਲਿਖਿਆ, ਨਿਊਮੈਰੀਕਲਸ ਨਹੀਂ ਲਿਖਿਆ, ਸਿੰਪਲ ਉਹ ਲਿਖਿਆ ਵਾਟ ਆਰ ਕੰਟਰੋਲ ਚਾਰਟਸ, ਵਾਟ ਆਰ ਦਾ ਐਡਵਾਂਟੇजेस ਆਫ ਕੰਟਰੋਲ ਚਾਰਟਸ। ਇੱਥੇ ਨੂੰ ਮੈਂ ਫੋਟੋਆਂ ਭੇਜ ਦੇਣਾ, PDF ਭੇਜ ਦੇਣਾ ਇਹਨਾਂ ਦੀ ਚਾਰਟਸ ਦੀ, ਜਸਟ ਤੁਸੀਂ ਇਹਨਾਂ ਨੂੰ ਕੋਈ ਰੀਡ ਕਰ ਲਓ ਤਾਂ ਕਿ ਤੁਹਾਨੂੰ ਪਤਾ ਹੋਵੇ ਕਿ ਸਟੈਟਿਸਟੀਕਲ ਕੁਆਲਿਟੀ ਕੰਟਰੋਲ ਦੇ ਵਿੱਚ ਆਪਾਂ ਰੈਂਡਮ ਸੈਂਪਲ ਚੱਕ ਕੇ ਉਹਨਾਂ ਨੂੰ ਚੈੱਕ ਕਰਕੇ ਉਹਦੇ ਅਕੋਰਡਿੰਗਲੀ ਆਪਾਂ ਸੈਂਪਲ ਦੀ ਰਿਪੋਰਟ ਦਿੰਦੇ ਆ। ਇੱਕ ਤਾਂ ਆਪਣੇ ਕੋਲ ਇਹ ਮੈਥਡ ਹੈ। ਸੈਕੰਡ ਆਪਣੇ ਕੋਲ ਹੈਗੇ ਕੰਟਰੋਲ ਚਾਰਟਸ। ਕੰਟਰੋਲ ਚਾਰਟਸ ਦੇ ਵਿੱਚ ਕੀ ਹੈ, ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਕਿ ਟੋਟਲ ਨੰਬਰ ਆਫ ਸੈਂਪਲਸ ਜਿੰਨੇ ਆਪਣੇ ਕੋਲੇ ਹੁੰਦੇ ਨੇ ਉਹਨਾਂ ਦੀ ਆਪਾਂ ਇੱਕ ਮੀਨ ਵੈਲਿਊ ਲੈ ਲੈਨੇ ਆ, ਉਹਨਾਂ ਦੀ ਸਾਰੇ ਦੇ ਰੀਡਿੰਗਸ ਲੈ ਕੇ ਚੈੱਕ ਕਰਕੇ ਫਿਰ ਇੱਕ ਅਪਰ ਕੰਟਰੋਲ ਲਿਮਟ ਤੇ ਲੋਅਰ ਕੰਟਰੋਲ ਲਿਮਟ ਆਪਾਂ ਉਹਦੇ ਅਕੋਰਡਿੰਗਲੀ ਸਪੈਸੀਮਨ ਨੂੰ ਚੈੱਕ ਕਰਦੇ ਹਾਂ ਕਿ ਜਿਹੜਾ ਪ੍ਰੋਸੈਸ ਹੈ ਵਿਦਿਨ ਦਾ ਕੰਟਰੋਲ ਹੈਗਾ ਕਿ ਆਊਟ ਆਫ ਕੰਟਰੋਲ ਚਲਾ ਗਿਆ। ਆਊਟ ਆਫ ਕੰਟਰੋਲ ਜਾਣ ਦੇ ਕਈ ਰੀਜ਼ਨਸ ਨੇ। ਨੰਬਰ 1 ਕੀ ਹੈ, ਮਟੀਰੀਅਲ ਫਾਲਟੀ ਹੋ ਸਕਦਾ ਹੈ, ਆਪਰੇਟਰ ਦੀ ਜਿਹੜੀ ਸਕਿੱਲ ਹੈ ਉਹ ਪ੍ਰੋਪਰ ਨਹੀਂ ਹੈਗੀ, ਮਸ਼ੀਨਰੀ ਫਾਲਟੀ ਹੋ ਸਕਦੀ ਹੈ, ਜਾਂ ਆਪਣੇ ਕੋਲ ਡਿਫਰੈਂਟ ਪੈਰਾਮੀਟਰ ਹੋ ਸਕਦੇ ਨੇ, ਜਾਂ ਅਸੀਂ ਮਟੀਰੀਅਲ ਨੂੰ ਮੌਕੇ ਤੇ ਚੈੱਕ ਹੀ ਨਹੀਂ ਕੀਤਾ। ਜਿੱਥੇ ਮਟੀਰੀਅਲ ਆਪਣੇ ਕੋਲੇ ਫਾਲਟੀ ਆ ਗਿਆ, ਆਪਾਂ ਨੂੰ ਪਤਾ ਲੱਗ ਗਿਆ ਕਿ ਜਿਹੜਾ ਪ੍ਰੋਸੈਸ ਹੈ ਉਹ ਆਊਟ ਆਫ ਕੰਟਰੋਲ ਚਲਾ ਗਿਆ, ਉੱਥੇ ਹੀ ਮਸ਼ੀਨ ਨੂੰ ਬੰਦ ਕਰ ਦਿਓ ਤਾਂ ਕਿ ਸਾਡਾ ਮਟੀਰੀਅਲ ਦਾ ਲਾਸ ਨਾ ਹੋਵੇ, ਸਾਡੀ ਮਸ਼ੀਨਰੀ ਦਾ ਟਾਈਮ ਨਾ ਖਰਾਬ ਹੋਵੇ, ਸਾਡੀ ਜਿਹੜੀ એનર્ਜੀ ਹੈ ਜਿਹੜੀ ਵਰਕਰ ਦਾ ਟਾਈਮ ਵੀ ਖਰਾਬ ਨਾ ਹੋਵੇ। ਇਹ ਬੇਟੇ ਇੰਪੋਰਟੈਂਟ ਚੈਪਟਰ, ਥੋੜਾ ਨਵਾਂ ਚੈਪਟਰ ਉਹਨੇ ਐਡ ਕੀਤਾ, ਤੁਹਾਨੂੰ ਮੈਂ ਜਸਟ ਸਾਰੇ ਨੋਟਸ ਨਾਲ ਭੇਜ ਰਿਹਾ, ਇਸੇ ਕਰਕੇ ਉਹਨਾਂ ਨੇ ਬੁੱਕ ਨਹੀਂ ਪਬਲਿਸ਼ ਕੀਤੀ ਕਿਉਂਕਿ ਕੁਝ ਤੁਹਾਡੀ ਬੁੱਕਸ ਦੇ ਵਿੱਚ ਚੇਂਜਸ ਨੇ। ਇਹ ਚੈਪਟਰ ਹੈ ਜੋ ਨਵਾਂ ਐਡ ਕੀਤਾ ਉਹਦੇ ਵਿੱਚ ਉਹਨਾਂ ਨੇ। ਬਟ ਜੇ ਤੁਹਾਨੂੰ ਕੁਝ ਨਹੀਂ ਸਮਝ ਹੁੰਦੀ, ਮੈਂ ਤੁਹਾਡੀ ਆਨਲਾਈਨ ਕੱਲ੍ਹ ਤੋਂ ਕਲਾਸ ਸ਼ੁਰੂ ਕਰ ਦੇਣੀ ਹੈ, ਉਦੋਂ ਮੈਨੂੰ ਪੁੱਛ ਲਿਆ ਕਰੋ। ਥੈਂਕ ਯੂ ਬੇਟੇ।